ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰਜਿੰਦਰ ਜੀ ਧੰਨਵਾਦ ਜੀ। ਪਰਮਿੰਦਰ ਜੀ, ਆਖਰ ਸ਼ਾਮ ਜੇ ਵੇਲੇ ਜਿਹੜੀਆਂ ਅਟਕਲਾਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਸਕਦੇ ਨੇ, ਉਹਨਾਂ ਉਹ ਸਾਰੀਆਂ ਅਟਕਲਾਂ ਦੂਰ ਕਰਦਿਆਂ ਹੋਇਆ ਬਲਵਿੰਦਰ ਸਿੰਘ ਭੁੰਦੜਾ ਕੇ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਪਾਰਟੀ ਪ੍ਰਧਾਨ ਅਸਤੀਫਾ ਦੇਣ ਦੀ ਸੋਚ ਰਹੇ ਨੇ। ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਵਾਹਦ ਇੱਕ ਜਥੇਬੰਦੀ ਹੈ, ਲੜਾਈਆਂ ਲੜਦੇ ਆਏ ਨੇ, ਪਹਿਲਾਂ ਵੀ ਅਸੀਂ ਲੜੀਆਂ ਨੇ, ਅੱਗੇ ਵੀ ਲੜਾਂਗੇ, ਮਾੜੇ ਚੰਗੇ ਵਕਤ ਆਉਂਦੇ ਰਹਿੰਦੇ ਨੇ। ਐਂ ਥੋੜ੍ਹੀ ਹੁੰਦਾ ਕਿ ਚੱਲਦੀ ਜੰਗ ਦੇ ਵਿੱਚ ਤੁਸੀਂ ਆਪਣੇ ਜਰਨੈਲ ਬਦਲ ਦਿਓ, ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਲੜਾਂਗੇ, ਤਗੜੇ ਹੋ ਕੇ ਲੜਾਂਗੇ। ਗੁਰਜਿੰਦਰ ਜੀ, ਇਹਦੇ ਵਿੱਚ ਇੱਕ ਗੱਲ ਦਾ ਇਹ ਹੈ ਨਾ ਸਾਫ਼ ਜੀ ਗੱਲ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਸੀ, ਸ਼੍ਰੋਮਣੀ ਅਕਾਲੀ ਦਲ, ਤਾਂ ਉਦੋਂ ਮੇਰੇ ਖਿਆਲ ਨਾਲ ਉਸ ਟਾਈਮ ਤਾਂ ਹੋ ਸਕਦਾ ਕਿਤੇ ਮੌਕਾ ਮਿਲਦਾ ਹੋ ਕਿਸੇ ਨੂੰ ਵੀ ਕੋਈ ਸਰਪ੍ਰਸਤ ਬਣ ਜੇ, ਹੋਰ ਕੋਈ ਹੋਰ ਪ੍ਰਧਾਨ ਬਣ ਜੇ, ਇੱਦਾਂ ਦਾ ਸਿਸਟਮ ਚੱਲਦਾ ਹੋ ਸਕਦਾ ਹੋਵੇ। ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਦੇ ਵਿੱਚ ਬਾਦਲ ਬਣ ਗਿਆ, ਫਿਰ ਸਰਪ੍ਰਸਤੀ ਔਰ ਪ੍ਰਧਾਨਗੀ ਇਸ ਪਰਿਵਾਰ ਤੋਂ ਵੱਖ ਨਹੀਂ ਹੋ ਸਕਦੀ ਜੀ। ਇਹਦਾ ਸਿੰਪਲ ਸਮਝ ਲੈਣਾ ਚਾਹੀਦਾ ਸੀਗਾ, ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਸੀ, ਵਰਕਰਾਂ ਨੂੰ ਸਮਝ ਲੈਣਾ ਚਾਹੀਦਾ ਸੀ। ਅਤੇ ਜਿਨ੍ਹਾਂ ਨੇ ਇੱਦਾਂ ਫੇਸਬੁੱਕ ਸੋਸ਼ਲ ਮੀਡੀਆ ਜਿਹੜਾ ਸਾਰਾ ਉਹਦੇ 'ਤੇ ਇੱਦਾਂ ਦੀ ਗੱਲਬਾਤ ਦੇਖ ਕੇ ਬਿਆਨਬਾਜ਼ੀ ਕੀਤੀ ਜਾਂ ਵੀਡੀਓ ਪਾਈਆਂ ਜਾਂ ਮੈਸੇਜ ਪਾਏ ਜਾਂ ਆਪਣੇ ਪੱਖ ਦੇ ਵਿੱਚ ਕੋਈ ਗੱਲਬਾਤ ਰੱਖੀ, ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਸੀ ਕਿ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਗਿਆ। ਇਹ ਭੁੰਦੜ, ਚੰਦੂਮਾਜਰਾ ਜਾਂ ਹੋਰ ਕੋਈ ਜਿਹੜੇ ਅਕਾਲੀ ਦਲ ਦੇ ਹੈਗੇ ਨੇ ਲੀਡਰ, ਉਹ ਨਹੀਂ, ਢੀਂਡਸਾ ਜਾਂ ਜੋ ਵੀ ਹੈਗਾ ਹੈ ਨਾ। ਅਤੇ ਉਹ ਚੀਜ਼ ਸਮਝ ਲੈਣੀ ਚਾਹੀਦੀ ਸੀ ਕਿ ਬਾਦਲ ਪਰਿਵਾਰ ਕਦੇ ਨਹੀਂ ਚਾਹੂਗਾ ਕਿ ਪ੍ਰਕਾਸ਼ ਸਿੰਘ ਬਾਦਲ, ਫਿਰ ਸੁਖਬੀਰ ਸਿੰਘ ਬਾਦਲ, ਉਸ ਤੋਂ ਬਾਅਦ ਕੋਈ ਹੋਰ ਬਾਦਲ ਇਹਨਾਂ ਦੇ ਪਰਿਵਾਰ ਦਾ ਜਾਣੀ ਕਿ ਮੈਂਬਰ ਖੂਨ ਦਾ ਰਿਸ਼ਤਾ ਹੋਵੇ ਜਿਹਦੇ ਨਾਲ ਉਹਨੂੰ ਲਾਂਭੇ ਕਰ ਲਿਆ ਜਾਵੇ। ਕਿਉਂਕਿ ਇੱਕ ਲੌਬੀ ਬਣੀ ਹੋਈ ਆ, ਜਿਹੜੀ ਲੌਬੀ ਪ੍ਰਕਾਸ਼ ਸਿੰਘ ਬਾਦਲ ਨੇ ਗੁੜਤੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ, ਜਾਂ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸਹੀ ਸਲਾਮਤ ਨੇ, ਤੰਦਰੁਸਤ ਨੇ, ਸਿਹਤਯਾਬ ਨੇ, ਆਪਾਂ ਕਹਿ ਲਓ ਜਿਉਂਦੇ ਜਾਗਦੇ ਨੇ, ਉਦੋਂ ਤੱਕ ਤਾਂ ਇਹ ਸੰਭਵ ਹੋ ਹੀ ਨਹੀਂ ਸਕਦਾ। ਉਹ ਲੌਬੀ ਨਹੀਂ ਹਿੱਲਣ ਦਿੰਦੇ। ਉਹ ਬਹੁਮਤ ਉਹਨਾਂ ਦੇ ਕੋਲ ਹੈ ਕਿ ਜਦੋਂ ਅਸਤੀਫੇ ਦੀ ਗੱਲ ਕੋਈ ਆਊਗੀ, ਬਾਦਲ ਪਰਿਵਾਰ ਦੇ ਕਿਸੇ ਬੰਦੇ ਦਾ ਅਸਤੀਫਾ ਕੋਈ ਉੱਠ ਕੇ ਮੰਗੂਗਾ, ਤਾਂ ਉਹ ਲੌਬੀ ਫੱਟ ਦੇਣੀ, ਬਹੁਮਤ ਹਾਸਲ ਜਿਹਨੂੰ ਹੈਗਾ ਉਹ ਉੱਠ ਕੇ ਨਾਲ ਪੱਖ 'ਚ ਆ ਕੇ ਸਪੋਰਟ ਕਰਕੇ ਪਿਲਰ ਬਣ ਕੇ ਬਾਦਲ ਦੇ ਪਿੱਛੇ ਖੜ੍ਹ ਜੂ, ਬਾਦਲ ਪਰਿਵਾਰ ਦੇ, ਕਿ ਨਹੀਂ ਸਾਨੂੰ ਤਾਂ ਆਹੀ ਚਾਹੀਦਾ ਹੈ, ਇਹੀ ਠੀਕ ਹੈ। ਉਹ ਬਹੁਮਤ ਉਹਨਾਂ ਕੋਲ ਹੈਗਾ, ਠੀਕ ਹੈ। ਸਮੇਂ ਤੇ ਉਹ ਪਰਖਦੇ ਰਹਿੰਦੇ ਕਿ ਸਾਡਾ ਬਹੁਮਤ ਹਿੱਲਿਆ ਤਾਂ ਨਹੀਂ, ਅਸੀਂ ਕਿਤੇ ਜਿਹੜੇ ਸਾਡੇ ਨਾਲ ਖੜ੍ਹੇ ਨੇ ਡਗਮਗਾਏ ਤਾਂ ਨਹੀਂ ਕਿਤੇ। ਉਹਨਾਂ ਨੂੰ ਚਾਹੇ ਲਾਲਚ ਬਸ, ਚਾਹੇ ਉਹਨਾਂ ਨੂੰ ਆਪਾਂ ਕਹਿ ਲਓ ਗੱਦੀਆਂ ਦਿੱਤੀਆਂ ਗਈਆਂ, ਚਾਹੇ ਕੁਰਸੀਆਂ ਦਿੱਤੀਆਂ ਗਈਆਂ, ਚਾਹੇ ਨੇੜੇ ਲਾਏ ਹੋਏ ਨੇ, ਚਾਹੇ ਉਹਨਾਂ ਦੀ ਹਰ ਗੱਲ ਮੰਨੀ ਜਾਂਦੀ ਹੈ, ਇੱਦਾਂ ਨੇੜੇ ਲਾਇਆ ਹੋਇਆ, ਯਾਨੀ ਕਿ ਕੁਛ ਨਾ ਕੁਛ ਉਹਨਾਂ ਨੂੰ ਦਿੱਤਾ ਹੋਇਆ ਜਾਂ ਦੇਈ ਜਾਂਦੇ ਆ। ਉਹ ਜਾਣੀ ਕਿ ਇਸ ਪੱਖ ਦੇ ਵਿੱਚ ਹੀ ਖੜ੍ਹੇ ਨੇ ਉਨੇ ਬੰਦੇ। ਜਿਵੇਂ ਆਪਾਂ ਭਾਜਪਾ ਨੂੰ ਕਹਿੰਦੇ ਕਿ ਭਾਜਪਾ ਨੇ ਦੇਸ਼ ਦੇ ਵਿੱਚ ਇੰਨੀ ਕੁ ਵੋਟਰ ਆਪਣੇ ਪੱਖ 'ਚ ਕਰ ਲਈ ਕਿ ਬਾਕੀਆਂ ਨੂੰ ਵੰਡਿਆ ਹੋਇਆ, ਬਾਕੀ ਸਾਰੀ ਪਾਰਟੀਆਂ ਨੂੰ ਵੰਡਤਾ ਉਹਨਾਂ ਨੇ। ਚਾਹੇ ਉਹ ਮੈਂ ਕਹਿੰਦਾ 70 ਤੋਂ 80% ਵੋਟ ਹੈ ਭਾਜਪਾ ਦੇ ਅਗੇਂਸਟ, ਲੇਕਿਨ ਉਹ ਜਿਹੜੀ ਉਹਨੂੰ ਬਹੁਮਤ ਵਾਸਤੇ ਚਾਹੀਦੀ ਹੈ ਉਹਨੇ ਆਪਣੇ ਪੱਖ 'ਚ ਕਰ ਲਈ, ਬਾਕੀ ਸਾਰੀ ਵੰਡਤੀ, 5-5, 10-10% ਵੰਡੀ ਗਈ। ਇੱਦਾਂ ਇਹਨਾਂ ਗਰੁੱਪਾਂ ਦੇ ਵਿੱਚ, ਬਾਦਲਾਂ ਦੇ ਵਿੱਚ ਵੰਡੀ ਹੋਈ ਹੈ ਸਾਰੀ ਇਹ। ਬਾਕੀ ਇੱਕ ਪਾਸੇ ਬਹੁਮਤ ਇਹਨਾਂ ਕੋਲ ਹੈਗਾ। ਇਸ ਕਰਕੇ ਬਾਦਲ ਪਰਿਵਾਰ ਦਾ ਪ੍ਰਧਾਨਗੀ ਤੋਂ ਹਟਣਾ ਤਾਂ ਮੇਰੇ ਖਿਆਲ ਨਾਲ ਸੰਭਵ ਹੀ ਨਹੀਂ ਹੈਗਾ। ਇਹ ਸੋਚ ਵੀ ਨਹੀਂ ਸਕਦੇ ਕਿ ਬਾਦਲ ਪਰਿਵਾਰ ਦਾ ਕੋਈ ਬੰਦਾ ਇੱਧਰ ਉੱਧਰ ਹੋ ਜਾਏ। ਕੋਈ ਸਰਕਮਸਟਾਂਸਿਸ ਇੱਦਾਂ ਦੇ ਹੋ ਜਾਣ, ਕਿਉਂਕਿ ਸਮੇਂ ਦਾ ਪਤਾ ਨਹੀਂ ਲੱਗਦਾ ਹੁੰਦਾ। ਕਈ ਵਾਰ ਜਿਹੜੀ ਚੀਜ਼ ਬਣੀ ਹੈ ਉਹਦਾ ਅੰਤ ਤਾਂ ਕਿਤੇ ਹੁੰਦਾ ਹੈ, ਤਾਂ ਉਹ ਚੀਜ਼ ਕਿਤੇ ਵਾਪਰ ਜੇ, ਹੋ ਸਕਦਾ। ਅਤੇ ਅਦਰਵਾਈਜ਼ ਇੱਦਾਂ ਛੋਟੀਆਂ ਮੋਟੀਆਂ ਇੱਕਾ ਦੁੱਕਾ ਹਾਰਾਂ ਜੀਆਂ ਨਾਲ ਤਾਂ ਇਹ ਇੱਦਾਂ ਦਾ ਨਹੀਂ ਹੁੰਦਾ। ਇਹ ਪ੍ਰਧਾਨ ਬਿਲਕੁਲ। ਉਹ ਕਰਨੈਲ ਸਿੰਘ ਪੰਜੋਲੀ ਕਹਿੰਦੇ ਕਿ ਆਪਣੇ ਅਸਤੀਫੇ ਪਾਰਟੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਭੇਜ ਦੇ। ਦੇਖੋ, ਮੈਂ ਇੱਕ ਗੱਲ ਹੋਰ ਇੱਥੇ ਕਰਨੀ ਚਾਹੂੰਗਾ। ਪਹਿਲਾਂ ਕਰਨੈਲ ਸਿੰਘ ਪੰਜੋਲੀ ਹੋਰਾਂ ਨੂੰ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਇਹ ਕਰਨੈਲ ਸਿੰਘ ਪੰਜੋਲੀ ਹੋਣੀ ਲੰਮੇ ਸਮੇਂ ਤੋਂ ਜਦੋਂ ਕਿਤੇ ਉਹਨਾਂ ਕੋਲ ਕੋਈ ਮੁੱਦਾ ਆਉਂਦਾ ਆ ਕੇ ਬਿਆਨ ਜਾਂ ਦੇ ਕੇ ਬੈਠੇ ਨੇ। ਪਹਿਲਾਂ ਇੱਕ ਪਾਰਲੀਮੈਂਟ ਵੀ ਬਣਾਈ ਸੀ, ਉਹਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਸੀਗੀ। ਫਿਰ ਜਦੋਂ ਵੋਟਾਂ ਪਈਆਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣੂਗਾ, ਉਹ
ਨਾਲ ਸੁਖਦੇਵ ਸਿੰਘ ਭੌਰ ਹੁਣੀ ਉਹ ਵੀ ਤੁਰੇ ਸੀਗੇ ਨਾਲ, ਇਕੱਠੇ ਹੋਏ ਸੀ ਵੀ ਚਲੋ ਆਪਣੀ ਮਰਜ਼ੀ ਦਾ ਕੋਈ ਪ੍ਰਧਾਨ ਜਾਂ ਤਖਤ ਦਾ ਜਥੇਦਾਰ ਲਾਇਆ ਜਾਵੇ ਕੋਈ। ਉਦੋਂ ਫੇਰ ਪੰਜੋਲੀ ਹੁਣੀ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਹੀ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ, ਠੀਕ ਹੈ। ਚਲੋ ਕਿਸੇ ਤਰ੍ਹਾਂ ਦਾ ਵੀ ਹੋਇਆ। ਜੇ ਹੁਣ ਪੰਜੋਲੀ ਸਾਹਿਬ ਕਹਿ ਰਹੇ ਨੇ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪਣਾ ਚਾਹੀਦਾ, ਇਹਦੇ ਵਿੱਚ ਵੀ ਦੋ ਗੱਲਾਂ ਆਉਂਦੀਆਂ ਨੇ। ਪਹਿਲੀ ਤਾਂ ਗੱਲ, ਜੇ ਪੰਥਕ ਪਾਰਟੀ ਹੈ ਫਿਰ ਤਾਂ ਸੰਵਿਧਾਨ ਦੇ ਉਲਟ ਹੈ। ਚੋਣ ਕਮਿਸ਼ਨ ਜਿੱਥੇ ਜਿੱਥੇ ਰਿਟ ਪਈ ਹੋਈ ਹੈ ਕਿ ਧਰਮ ਦੇ ਨਾਂ 'ਤੇ ਇੱਦਾਂ ਕੋਈ ਪੋਲੀਟੀਕਲ ਪਾਰਟੀ ਜਾਂ ਇੱਦਾਂ ਕੋਈ ਚੋਣਾਂ ਦਾ ਸਿਲਸਿਲਾ ਜੋ ਵੀ ਹੁੰਦਾ ਉਹ ਨਹੀਂ ਹੋ ਸਕਦਾ। ਦੂਜੇ ਪਾਸੇ ਪੰਜਾਬੀ ਪਾਰਟੀ ਕਹੀ ਜਾਂਦੇ ਆ, ਜੇ ਪੰਜਾਬੀ ਪਾਰਟੀ ਨਾਲ ਰਲੇ ਹੋਏ ਆ ਫਿਰ ਅਕਾਲ ਤਖਤ ਨਾਲ ਕੀ ਸੰਬੰਧ ਆ? ਅਕਾਲ ਤਖਤ ਦੇ ਜਥੇਦਾਰ ਨੂੰ ਕਿਉਂ ਸੌਂਪਣ? ਜੇ ਪੰਜਾਬੀ ਪਾਰਟੀ ਹੈ, ਰਾਜਨੀਤਿਕ ਪਾਰਟੀ ਆ, ਉਹ ਤਾਂ ਕੋਈ ਵੀ ਹੋ ਸਕਦੀ ਹੈ। ਪੰਥਕ ਪਾਰਟੀ ਦਾ ਚੋਣਾਂ ਨਾਲ ਜਾਂ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈਗਾ। ਧਰਮ ਦੇ ਨਾਂ 'ਤੇ ਜਿੱਦਾਂ ਫਿਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਧਰਮ ਦੇ ਨਾਂ 'ਤੇ ਅਸੀਂ ਵੋਟ ਨਹੀਂ ਮੰਗਦੇ, ਫਿਰ ਤਾਂ ਧਰਮ ਦੇ ਨਾਂ 'ਤੇ ਵੋਟ ਮੰਗ ਰਹੇ ਹੋ ਤੁਸੀਂ ਸ਼ਰੇਆਮ। ਫਿਰ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਕੁਐਸਚਨ ਉੱਠਦੇ ਨੇ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਦਾ ਕੌਣ ਆ? ਜੇ ਗੱਲ ਕਰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਣੀ ਥਾਪਦੇ ਆ, ਫਿਰ ਇਹ ਮੁਨਕਰ ਹੋ ਜਾਂਦੇ ਨਹੀਂ ਜੀ ਨਹੀਂ, ਅਸੀਂ ਚੁਣਿਆ, ਬਹੁਮਤ ਨੇ ਚੁਣਿਆ, ਅਸੀਂ ਸਰਬ ਸਾਂਝਾ ਜਿਹੜਾ ਕੋਈ ਸੰਮੇਲਨ ਸੱਦਿਆ ਜਾਂ ਜੋ ਵੀ ਕੋਈ ਪੰਥਕ ਇਕੱਠ ਸੱਦਿਆ ਉਹਦੇ ਨਾਲ ਅਸੀਂ ਚੋਣ ਕੀਤੀ ਹੈ। ਜੇ ਪੰਥਕ ਇਕੱਠ ਸੱਦੇ ਆ ਫਿਰ ਉਹਦੇ ਨਾਲ ਚੋਣ ਹੋਈ ਹੈ ਉਸ ਜਥੇਦਾਰ ਸਾਹਿਬ ਦੀ, ਤਾਂ ਉਹਨੇ ਬਾਦਲਾਂ ਦੀ ਪਾਰਟੀ ਤੋਂ ਲੈਣਾ ਕੀ ਆ? ਉਹ ਕਿਉਂ ਮੰਗੇ ਜਾਂ ਉਹਦੇ ਕੋਲ ਕਿਉਂ ਭੇਜੇ ਜਾਣ ਅਸਤੀਫੇ? ਜੇ ਭੇਜੇ ਉਧਰੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਥਾਪਿਆ ਹੋਇਆ ਜਥੇਦਾਰ ਆ, ਫਿਰ ਜਥੇਦਾਰ ਕਾਹਦਾ? ਫਿਰ ਤਾਂ ਕਿਸੇ ਇੱਕ ਪਰਿਵਾਰ ਦੀ ਗੱਲ ਮੰਨਣ ਵਾਲਾ। ਫਿਰ ਇਹਦਾ ਮਤਲਬ ਸਿੱਧਾ ਸਪਸ਼ਟ ਹੈ ਕਿ ਉੱਥੋਂ ਫੈਸਲੇ ਜਾਰੀ ਹੁੰਦੇ ਨੇ। ਫਿਰ ਜਿਹੜੀਆਂ ਗੱਲਾਂ ਸਾਰੀਆਂ ਹੋਈਆਂ ਨੇ ਪਿੱਛੇ, ਚਾਹੇ ਉਹ ਸੌਦਾ ਸਾਧ ਦੀ ਮਾਫੀ ਆ, ਚਾਹੇ ਕੋਈ ਹੋਰ ਗੱਲਾਂ ਨੇ, ਫਿਰ ਸਿੱਧਾ ਮਤਲਬ ਹੈ ਕਿ ਹਾਂ ਹੋਇਆ, ਸਾਰਾ ਕੁਝ ਹੋਇਆ, ਡਿਨਾਈ ਕਰਦੇ ਨੇ। ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਤੁਸੀਂ ਮੈਂਬਰ ਹੋ, ਤੁਸੀਂ ਵੀ ਜਵਾਬ ਦਿਓ, ਤਾਂ ਫਿਰ ਠੀਕ ਹੈ। ਇੱਕ ਗੱਲ ਇੱਥੋਂ ਹੋਰ ਨਿਕਲ ਕੇ ਆਉਂਦੀ ਹੈ ਗੁਰਿੰਦਰ ਜੀ, ਮੈਂ ਸੋਚਦਾ ਹੁੰਦਾ ਕਈ ਵਾਰ ਵੀ ਇੱਕ ਵਾਰ ਪੰਥਕ ਇਕੱਠ ਨੇ, ਅੱਜ ਮੈਂ ਪਿੱਛੇ ਧਿਆਨ ਸਿੰਘ ਹੋਣੀ, ਮੰਡ ਹੋਣੀ ਜਾਂ ਦਾਦੂਵਾਲ ਹੋਣੀ, ਇਹਨਾਂ ਨੇ ਵੀ ਸੱਦਿਆ ਸੀਗਾ ਇੱਕ ਪੰਥਕ ਇਕੱਠ ਸੱਦਿਆ ਸੀ ਜਦੋਂ ਪੰਜ ਪਿਆਰਿਆਂ ਨੇ ਥਾਪੇ ਜਥੇਦਾਰ, ਥਾਪੇ ਕਾਰਜਕਾਰੀ ਜਥੇਦਾਰ ਥਾਪੇ ਹੈ ਇਹਨਾਂ ਨੂੰ, ਹੈ ਨਾ। ਤਾਂ ਉਹਨਾਂ ਨੇ ਕਿਹਾ ਸੀ ਕਿ ਜਗਤਾਰ ਸਿੰਘ ਹਵਾਰਾ ਹੋਣੀ ਜਥੇਦਾਰ ਨੇ। ਤੇ ਅਕਾਲੀ ਦਲ ਕੀ ਇਸ ਗੱਲ ਨੂੰ ਮੰਨਦਾ? ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ, ਕਿਸ ਬੇਸ ਤੇ ਗੱਲ ਕਰਦੇ ਆ? ਅਕਾਲੀ ਦਲ ਇਸ ਗੱਲ ਨੂੰ ਮੰਨਦਾ ਕਿ ਜਗਤਾਰ ਸਿੰਘ ਹਵਾਰਾ ਨੂੰ ਉਹ ਜਥੇਦਾਰ ਮੰਨਦੇ ਆ, ਜਾਂ ਕੀ ਅਕਾਲੀ ਦਲ ਇਹ ਮੰਨਦਾ ਕਿ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਹੋਰੀ ਹੈਗੇ ਨੇ ਜਾਂ ਦਾਦੂਵਾਲ ਹੋਣੀ ਹੈਗੇ ਸੀ? ਜੇ ਨਹੀਂ ਮੰਨਦੇ ਫਿਰ ਪੰਥਕ ਇਕੱਠ ਕਿਹੜਾ ਹੈ, ਕਿਹੜੀ ਸੰਗਤ ਹੈ? ਫਿਰ ਜਥੇਦਾਰ ਜਾਂ ਕੌਮ ਦੇ ਵਿੱਚ ਇੱਦਾਂ ਜਥੇਦਾਰ ਹੋ ਸਕਦੇ ਨੇ ਇੱਕੋ ਤਖਤ ਤੇ ਦੋ ਜਥੇਦਾਰ? ਇਹ ਗੱਲਾਂ ਸਾਰੀਆਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲਾਂ ਕੀ ਨੇ, ਲੋਕਾਂ ਨੂੰ ਮੂਰਖ ਬਣਾਇਆ ਗਿਆ, ਠੀਕ ਹੈ। ਤੇ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਜਥੇਦਾਰ ਸਾਹਿਬ ਨੇ ਪੰਜੋਲੀ ਨੇ ਕਿਹਾ ਕਿ ਜਥੇਦਾਰ ਨੂੰ ਜਾ ਕੇ ਅਸਤੀਫੇ ਸੌਂਪੋ। ਪਹਿਲੀ ਤਾਂ ਗੱਲ ਇਹ ਆ ਕਿ ਜੇ ਪੰਜੋਲੀ ਸਾਹਿਬ ਚਾਹੁੰਦੇ ਨੇ ਕਿ ਫੇਰ ਬਦਲ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਫਿਰ ਸਾਰੇ ਮੈਂਬਰਾਂ ਨੂੰ ਇਕੱਠੇ ਕਰ ਲੈਣ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੇ, ਇਕੱਠੇ ਕਰਕੇ ਇੱਕ ਸਾਂਝਾ ਵਫਦ ਮਿਲੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਭਾਈ ਪੰਥ ਦਾ ਨੁਕਸਾਨ ਹੋ ਗਿਆ। ਹੁਣ ਸਾਰਿਆਂ ਦੇ ਮੀਟਿੰਗ ਵੀ ਤਾਂ ਕੀਤੀ, ਸਰਨਾ ਵੀ ਬੁਲਾਇਆ, ਸਰ ਮੇਰੇ ਖਿਆਲ ਹੋਰ ਜਿਹੜੇ ਮਾਨ ਵੀ ਸੀਗੇ, ਸਿਮਰਜੀਤ ਸਿੰਘ ਮਾਨ, ਇਕੱਠੇ ਤਾਂ ਹੋਏ ਸੀ ਨਾ। ਇਹ ਹੁਣ ਇਕੱਠੇ ਹੋ ਜਾਣ ਵੀ ਬਹੁਤ ਨੁਕਸਾਨ ਹੋ ਗਿਆ, ਤੇ ਹੁਣ ਸੁਖਬੀਰ ਨੂੰ ਹਟਾਓ, ਫਿਰ ਕਿਸੇ ਨੂੰ ਦੀਏ ਪ੍ਰਧਾਨਗੀ, ਤੇ ਫਿਰ ਉਹ ਪ੍ਰਧਾਨਗੀ ਦੇਣਗੇ ਕਿਹਨੂੰ? ਜੇ ਇਹ ਆਪਾਂ ਗੱਲ ਕਰ ਰਹੇ ਸੀ ਨਾ, ਉਹ ਵੀ ਮੈਂ ਇੱਥੇ ਪਿੱਛੇ ਕਰ ਦੇਵਾਂ, ਲੋਕਾਂ ਨੂੰ ਦੱਸ ਦੇਵਾਂ, ਦਰਸ਼ਕਾਂ ਨੂੰ ਆਪਣਿਆਂ ਨੂੰ, ਕਿ ਜਿਹੜੀ ਆਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਚਲਾਈ ਗਈ ਹੈ ਸੁਖਬੀਰ ਦੇ ਅਸਤੀਫੇ ਦੀ ਕਿ ਪ੍ਰਧਾਨਗੀ ਤੋਂ ਅਸਤੀਫਾ ਦੇਤਾ ਤੇ ਭੁੰਦੜ ਨੂੰ ਬਣਾਤਾ। ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਚਾਲ ਹੈਗੀ ਹੈ ਕਿ ਸਾਡੇ ਨਾਲ ਕੌਣ ਖੜਾ ਕੌਣ ਨਹੀਂ ਖੜਾ, ਦੇਖੀਏ ਅਸੀਂ ਪਰਖੀਏ ਕਿ ਸਾਡੇ ਵਿਰੁੱਧ ਕਿਹੜਾ, ਫਟਾਫਟ ਵਿਊਜ਼ ਆਏ ਫਟਾਫਟ ਲੋਕਾਂ ਦੇ, ਯਾਨੀ ਕਿ ਰਾਜਨੀਤਿਕ ਬੰਦਿਆਂ ਦੇ, ਕਿ ਫਲਾਣੇ ਨੂੰ ਦੇਖਿਆ ਜਾਵੇ, ਜਾਂ ਚੰਦੂਮਾਜਰਾ ਸਾਹਿਬ ਪੁਰਾਣੇ ਲੀਡਰ ਨੇ, ਜਗਮੀਤ ਬਰਾੜ ਨੇ ਵੀ ਵੀਡੀਓ ਪਾਤੀ, ਬਾਅਦ 'ਚ ਭਾਵੇਂ ਡਿਲੀਟ ਹੋਈਆਂ ਸਾਰੀਆਂ ਕੁਛ ਇੱਦਾਂ। ਤਾਂ ਉਹ ਜ਼ਰੂਰ ਬਿਲਕੁਲ ਗੱਲ ਸਹੀ ਸੀ ਤੁਹਾਡੀ ਕਿ ਪਰਖਿਆ ਗਿਆ ਕਿ ਸਾਡੇ ਨਾਲ ਕਿਹੜਾ ਖੜਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕੌਣ ਕਬੂਲ ਰਿਹਾ ਅੱਜ ਵੀ ਤੇ ਕੌਣ ਨਹੀਂ ਕਬੂਲ ਰਿਹਾ, ਪਤਾ ਲੱਗ ਜੇ ਕਿ ਕੱਲ੍ਹ ਨੂੰ ਬਾਗੀ ਕੌਣ ਹੋਣ ਜਾ ਸਕਦਾ। ਕਿਉਂਕਿ ਜਿੱਦਾਂ ਸਿਮਰਜੀਤ ਸਿੰਘ ਮਾਨ ਹੋਰੀ ਨੇ ਇਹ ਚੋਣ ਜਿੱਤੀ ਆ,
ਠੀਕ ਆ। ਤਾਂ ਇੱਕ ਨਵੀਂ ਚਰਚਾ ਜਿਹੜੀ ਹੈ ਪੰਥਕ ਹਲਕਿਆਂ 'ਚ ਛਿੜੀ ਆ ਕਿ ਕਿਤੇ ਸਿਮਰਜੀਤ ਸਿੰਘ ਮਾਨ ਹੀ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾ ਦੇਵੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ ਮੇਨ ਬੰਦੇ ਸਿਮਰਜੀਤ ਸਿੰਘ ਮਾਨ ਦੀ ਬੇੜੀ 'ਚ ਸਵਾਰ ਹੋ ਜਾਣ, ਕਿਉਂਕਿ ਹੁਣ ਤਾਂ ਸਭ ਨੂੰ ਪਤਾ ਹੀ ਹੈ ਕਿ ਦੌਰ ਬਦਲ ਗਿਆ। ਜਿਵੇਂ ਭਾਜਪਾ ਵਾਲੇ ਪਾਸੇ ਕਾਂਗਰਸੀ ਚਲੇ ਗਏ, ਇਹ ਤਾਂ ਦਲ ਬਦਲਦੇ ਹੀ ਰਹਿੰਦੇ ਨੇ, ਪੋਲੀਟੀਕਲ ਬੰਦੇ ਨੇ। ਹਾਂਜੀ, ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੇ ਸਿਮਰਜੀਤ ਸਿੰਘ ਮਾਨ ਪਹਿਲਾਂ ਸੁਖਬੀਰ ਦੀ ਮੰਨੀ ਨਹੀਂ ਨਾ, ਸੁਖਬੀਰ ਕਹਿੰਦਾ ਸੀ ਬੈਠ ਜਾਓ ਵੀ ਤੁਸੀਂ ਨਾ ਲੜੋ। ਮਾਨ ਨੂੰ ਕਿਹਾ ਸੀ ਨਾ ਇਕੱਠ ਉਹਦੇ ਮਿਲ ਕੇ ਮੀਟਿੰਗ ਕਰਕੇ ਕਿ ਤੁਸੀਂ ਰਹਿਣ ਦਿਓ, ਪਰ ਉਹ ਮੰਨੇ ਨਹੀਂ। ਹੁਣ ਉਹਨਾਂ ਨੇ ਆਪਣੀ ਜਿੱਤ ਦਰਜ ਕਰਕੇ ਸਾਬਤ ਕਰਤਾ ਕਿ ਮੈਂ ਸੂਝਵਾਨ ਆਗੂ, ਤਜਰਬੇਕਾਰ ਆਗੂ ਹੈਗਾ ਹੈ। ਹੁਣ ਵੀ ਪੰਥ 'ਚ ਮੇਰੀ ਕਿਤੇ ਨਾ ਕਿਤੇ ਮੇਰੀ ਸੇ ਹੈਗੀ ਹੈ ਪੰਥਕ ਹਲਕਿਆਂ 'ਚ। ਤੇ ਜਿਹੜੇ ਬਾਗੀ ਨੇ ਕਿਤੇ ਇੱਧਰਲੇ ਆ ਕੇ ਇਸ ਧੜੇ ਨੂੰ ਨਾ ਮਜ਼ਬੂਤ ਕਰ ਦੇਣ, ਬਾਦਲ ਦਲ ਨੂੰ ਖੋਰਾ ਤਾਂ ਲੱਗੂਗਾ ਫਿਰ ਤੇ ਖਤਮ ਹੋਣ ਦੇ ਪਾਸੇ ਜਾਊਗਾ, ਹੋਰ ਵੀ ਥੱਲੇ ਗਰਾਫ ਜਾ ਸਕਦਾ। ਪਰ ਸੰਗਰੂਰ ਜਿਮਨੀ ਚੋਣ ਆਹ ਚੀਜ਼ ਤਾਂ ਦਰਸਾਉਂਦੀ ਹੈ ਨਾ ਕਿ ਪੰਥਕ ਆਗੂਆਂ ਦੀ ਸਪੇਸ ਤਾਂ ਹੈਗੀ ਹੈ। ਉਸ ਸਪੇਸ ਨੂੰ ਭਾਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਭਰ ਸਕੀ, ਸਿਮਰਨਜੀਤ ਸਿੰਘ ਮਾਨ ਨੇ ਭਰਤੀ ਉਹ ਸਪੇਸ। ਪੰਜਾਬ ਤੇ ਪੰਥ ਚਾਹੁੰਦਾ ਨਾ ਕਿ ਗੱਲ ਹੋਵੇ, ਧਾਰਮਿਕ ਇਸ਼ੂਆਂ 'ਤੇ ਗੱਲ ਹੋਵੇ, ਧਾਰਮਿਕ ਮੁੱਦਿਆਂ ਦੇ ਉੱਤੇ ਗੱਲ ਹੋਵੇ, ਕਿਉਂਕਿ ਸਿਮਰਨਜੀਤ ਸਿੰਘ ਮਾਨ 'ਤੇ ਗੱਲ ਕਲੀਅਰ ਕੱਟ ਲੈਂਦੇ ਨਾ। ਉਹਨਾਂ ਦੇ ਫੇਸਬੁੱਕ 'ਤੇ ਵੀ ਉਹ ਗੱਲ ਅਪਡੇਟ ਹੋ ਗਈ ਕਿ ਮੈਂ ਤਾਂ ਇੱਕ ਅਲੱਗੇ ਦੇਸ਼ ਦੀ ਗੱਲ ਕਰਦਾ, ਤੇ ਲੋਕਾਂ ਨੇ ਉਸੇ ਚੀਜ਼ ਨੂੰ ਫਿਰ ਐਕਸੈਪਟ ਵੀ ਕੀਤਾ। ਵਿਚਾਰਧਾਰਾ ਤਾਂ ਉਹੀ ਸੀ ਨਾ ਸਿਮਰਨਜੀਤ ਸਿੰਘ ਮਾਨ ਦੀ, ਤੇ ਲੋਕਾਂ ਦਾ ਖਾਸ ਕਰਕੇ ਇਹ ਗੱਲ ਕਹਿਣਾ ਕਿ ਉਹ ਬੰਦਾ ਘੱਟੋ ਘੱਟ ਆਪਣੇ ਸਟੈਂਡ 'ਤੇ ਤਾਂ ਖੜਿਆ। ਜੋ ਗੱਲ 30 ਸਾਲ ਪਹਿਲਾਂ ਕਹਿੰਦਾ ਸੀ ਉਹੀ ਗੱਲ ਅੱਜ ਕਹਿੰਦਾ ਉਹ, ਯਾਨੀ ਕਿ ਸਪੇਸ ਨੂੰ ਮੰਨਿਆ ਗਿਆ ਨਾ ਮਾਨ ਦੀ ਨੂੰ ਕਿ ਹਾਂ ਜੋ ਕਹਿੰਦਾ ਠੀਕ ਕਹਿੰਦਾ। ਗੁਰਜਿੰਦਰ ਜੀ ਗੱਲ ਤਾਂ ਠੀਕ ਹੈ ਵੀ ਜੋ ਕਹਿੰਦਾ ਠੀਕ ਹੈ, ਕਹਿ ਹੀ ਰਿਹਾ। ਐਫਰਟ ਫਿਲਹਾਲ ਮੇਰੇ ਖਿਆਲ ਨਾਲ ਇਸ ਮੁੱਦੇ ਤੇ ਨਾ ਕਦੇ ਹੋਏ ਨਾ ਹੋਣੇ ਆ। ਚਲੋ ਕਹਿੰਦਾ ਕਿ ਆਪਾਂ ਕਹਿ ਦਈਏ ਕਿ ਦਿਲ ਨੂੰ ਬਹਿਲਾਉਣ ਵਾਸਤੇ ਖਿਆਲ ਅੱਛੇ ਹੁੰਦੇ ਨੇ ਇੱਦਾਂ ਦੇ, ਉਹ ਚੀਜ਼ਾਂ ਹੈਗੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ। ਲੋਕ ਖੁਸ਼ ਕਰਨ ਵਾਸਤੇ ਬਥੇਰਾ ਕੁਝ ਹੁੰਦਾ, ਉਹ ਸਾਰੇ ਹੀ ਕਰਦੇ ਨੇ। ਜੇ ਸਿਮਰਜੀਤ ਸਿੰਘ ਮਾਨ ਹੁਣੀ ਨੇ ਕਰ ਲਿਆ ਤਾਂ ਵੀ ਕੀ ਹੋ ਗਿਆ, ਜਦੋਂ ਪੋਲੀਟੀਸ਼ੀਅਨ ਨੇ ਅਗਲੇ ਬਾਕੀ ਨਹੀਂ ਕਰਦੇ। ਮੈਂ ਕਿਸੇ ਨੂੰ ਜਿਹੜਾ ਰਾਜਨੀਤਿਕ ਬੰਦਾ ਨਾ, ਮੈਂ ਉਹਨੂੰ ਇਕੱਲੇ ਨੂੰ ਇਹ ਦੋਸ਼ ਨਹੀਂ ਦਿੰਦਾ ਕਿਸੇ ਨੂੰ ਇੱਦਾਂ, ਇਹ ਮੇਰਾ ਨਿੱਜੀ ਵਿਚਾਰ ਹੋ ਸਕਦਾ ਕਿਉਂਕਿ ਉਹਨਾਂ ਦਾ ਤਾਂ ਧਰਮ ਮਜ਼ਹਬ ਸਾਰਾ ਕੁਝ ਉਹੀ ਹੋ ਜਾਂਦਾ। ਸੱਤਾ ਹਾਸਲ ਕਰਨ ਦੇ ਲਈ ਹਰ ਇੱਕ ਹੱਥਕੰਡਾ ਅਪਣਾਉਣਾ ਉਹਨਾਂ ਦਾ ਧਰਮ ਹੁੰਦਾ, ਉਹ ਅਪਣਾਉਂਦੇ ਨੇ। ਉਹਦੇ ਵਿੱਚ ਕੋਈ ਆ ਜਾਵੇ ਉਹ ਸਾਰੇ ਬਰਾਬਰ ਹੀ ਹੁੰਦੇ ਨੇ। ਮੈਂ ਬੀਜੇਪੀ ਨੂੰ ਪਰ ਮਾਨ ਤਾਂ ਕਹਿੰਦੇ ਨੇ ਨਾ, ਕਹਿੰਦੇ ਜੇ ਕਿ ਆਪਣਾ ਖਾਲਿਸਤਾਨ ਦੀ ਵਿਚਾਰਧਾਰਾ ਛੱਡ ਦਿੰਦਾ ਮੈਂ ਐਮਐਲਏ ਬਣ ਸਕਦਾ ਸੀ, ਐਮਪੀ ਬਣ ਸਕਦਾ ਸੀ, ਮੈਂ ਤਾਂ ਸੱਤਾ ਛੱਡ ਕੇ ਆਇਆ। ਨਹੀਂ ਇਸੇ ਕਰਕੇ ਮੈਨੂੰ ਚੁਣੇ ਨਹੀਂ ਗਿਆ ਕਿ ਮੈਂ ਖਾਲਿਸਤਾਨ ਦੀ ਗੱਲ ਕਰਦਾ। ਹੁਣ ਖਾਲਿਸਤਾਨ ਦੀ ਗੱਲ ਕਰ ਲਓ, ਹੁਣ ਚੁਣੇ ਗਏ, ਹੁਣ ਕੀ ਹੋ ਜਾਊਗਾ? ਗੱਲ ਤਾਂ ਇਹ ਵੀ ਹੋਊਗਾ ਕੀ? ਹੁਣ ਫਿਰ ਲੋਕ ਕਹਿਣਗੇ ਜੀ ਆਵਾਜ਼ ਤੱਕ ਜਾਊਗੀ। ਆਵਾਜ਼ ਉੱਥੇ ਜਿੱਥੇ ਜਾਣੀ ਹੈ ਉੱਥੇ ਤਾਂ ਪਹਿਲਾਂ ਹੀ ਪਹੁੰਚੀ ਹੋਈ ਹੈ, ਹੁਣ ਕਿੰਨੀ ਕੁ ਆਵਾਜ਼ ਪਹੁੰਚਾਉਂਗੇ? ਜਦੋਂ ਜਿਨ੍ਹਾਂ ਨੇ 84 ਦੇਖੀ ਹੈ, ਜਿਨ੍ਹਾਂ ਨੇ ਤਨ ਤੇ 84 ਖੰਡਾਈ ਆ, ਠੀਕ ਆ, ਉਹ ਆਵਾਜ਼ ਨਹੀਂ ਸੀ, ਹੋਰ ਕਿਹੜੀ ਆਵਾਜ਼ ਦੀ ਲੋੜ ਆ? ਜਦੋਂ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਪੈਂਦਾ, ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਤੁਹਾਡੇ ਤੋਂ ਮੂੰਹੋਂ ਨਹੀਂ ਨਿਕਲਣ ਦਿੰਦੇ, ਜਦੋਂ ਲੋਕ ਹੀ ਕਹਿ ਰਹੇ, ਮੈਂ ਲੋਕਾਂ ਦੀ ਗੱਲ ਕਰਦਾ ਪੋਲੀਟੀਸ਼ੀਅਨਾਂ ਦੀ, ਜਦੋਂ ਲੋਕ ਹੀ ਕਹਿੰਦੇ ਨੇ ਕਿ ਦਿੱਲੀ ਤੋਂ ਚੱਲ ਰਿਹਾ ਹੈ ਪੰਜਾਬ, ਚਾਹੇ ਕੋਈ ਪਾਰਟੀ ਹੋਵੇ, ਹੈ ਨਾ, ਫਿਰ ਤੁਸੀਂ ਕਿਵੇਂ ਕਹਿੰਦੇ ਹੋ ਇੱਕ ਬੰਦਾ ਜਾ ਕੇ ਆਵਾਜ਼ ਉਠਾ ਲੂਗਾ? ਨਹੀਂ, ਜਦੋਂ ਪੈਸਾ ਹੀ ਦਿੱਲੀ ਤੋਂ ਆ ਰਿਹਾ ਸਾਰਾ। ਦੇਖੋ GST ਧੱਕੇ ਦੇ ਨਾਲ ਲਾਈ ਹੈ ਨਾ ਉਹਨਾਂ ਨੇ, ਸਾਰਾ ਪੈਸਾ ਲੈ ਜਾਂਦੇ ਨੇ ਇੱਥੋਂ, ਤੇ ਬਾਅਦ 'ਚ ਫਿਰ ਪੰਜਾਬ ਦਾ ਪੈਸਾ ਪੰਜਾਬ ਨੂੰ ਖੈਰਾਤ ਦੇ ਰੂਪ ਵਿੱਚ ਦਿੰਦੇ ਨੇ। ਆਹ ਚੱਕੋ 5000 ਕਰੋੜ, ਆਹ ਚੱਕੋ RDF ਦਾ 1100 ਕਰੋੜ, ਆਹ ਚੱਕੋ ਡਿਵੈਲਪਮੈਂਟ ਫੰਡ ਦਾ 1200 ਕਰੋੜ। ਮੈਂ ਉਹੀ ਗੱਲ ਕਰਦਾ ਕਿ ਜਿਹੜੀ ਗੱਲ ਉਹ ਦਿੱਲੀ ਤੋਂ ਚੱਲਣੀ ਹੈ ਨਾ, ਜਦੋਂ ਤੱਕ ਦਿੱਲੀ ਤੋਂ ਚੱਲ ਰਹੀ ਹੈ ਤਾਂ ਆਪਾਂ ਉਹਨੂੰ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ ਕਿ ਉਹ ਬੰਦੇ ਆਪਣੀ ਮਰਜ਼ੀ ਸਾਡੇ ਤੇ ਨਹੀਂ ਥੋਪਣਗੇ। ਇਹ ਜੋ ਚਾਹੇ ਕਿਸੇ ਦੀ ਸਰਕਾਰ ਆ ਜੇ, ਅੱਜ ਕੇਜਰੀਵਾਲ ਨੂੰ ਕਹੀ ਜਾਂਦੇ ਕਿ ਕੇਜਰੀਵਾਲ ਦੀ ਸਰਕਾਰ ਹੈ ਉਹ ਦਿੱਲੀ ਤੋਂ ਚੱਲ ਰਹੀ ਹੈ, ਉਹ ਕਾਲੀ ਕਾਂਗਰਸੀ ਕਿੱਥੋਂ ਚੱਲਦੀ ਸੀ? ਕਾਲੀ ਕਾਂਗਰਸੀ ਸਾਰੇ ਚੱਲਦੇ ਨੇ। ਜਦੋਂ ਉਹਨਾਂ ਨੂੰ ਸੱਤਾ 'ਚ ਪਤਾ ਹੈ ਕਿ ਅਸੀਂ ਸੱਤਾ 'ਚ ਬਣੇ ਰਹਿਣਾ ਤੇ ਸੱਤਾ 'ਚ ਬਣੇ ਰਹਿਣ ਦੇ ਲਈ ਸਾਨੂੰ ਕੇਂਦਰ ਨਾਲ ਸਾਂਝ ਪਾਣੀ ਜ਼ਰੂਰੀ ਹੈ। ਉਹ ਤੁਹਾਡੇ ਕੋਲ ਕੁਝ ਹੋਰ ਹੋ ਸਕਦੇ ਆ, ਲੋਕਾਂ ਕੋਲ ਕੁਝ ਹੋਰ ਹੋ ਸਕਦੇ ਆ, ਅਖਬਾਰੀ ਬਿਆਨਾਂ ਦੇ ਵਿੱਚ, ਟੀਵੀਆਂ ਦੇ ਉੱਤੇ, ਸੋਸ਼ਲ ਮੀਡੀਆ 'ਤੇ ਕੁਝ ਹੋਰ ਹੋ ਸਕਦੇ ਆ, ਪਰ ਜਿਹੜੀ ਪਾਲਿਸੀ, ਜਿਹੜੀ ਨੀਤੀ ਉਹਨਾਂ ਨੂੰ ਦੱਸਦੀ ਹੀ ਜਾਂਦੀ ਹੈ ਕਮਰੇ 'ਚ ਬਿਠਾ ਕੇ ਨਾ ਕਿ ਐਂ ਚੱਲਣਾ ਪੈਣਾ, ਹੋਰ ਜੋ ਮਰਜ਼ੀ ਕਰੀ ਜਾ, ਤਾਂ ਉਹ ਚੱਲਦੇ ਉਸੇ ਨੀਤੀ 'ਤੇ ਨੇ, ਉਹ ਉਸੇ ਰਾਹ 'ਤੇ ਚੱਲਦੇ ਨੇ, ਉਸੇ ਟਰੈਕ 'ਤੇ ਦੌੜਦੇ ਨੇ। ਉਹ ਤੁਹਾਨੂੰ ਦੱਸਣ ਵਾਸਤੇ ਅਲੱਗ-ਅਲੱਗ ਹੋ ਸਕਦੇ ਆ, ਅਦਰਵਾਈਜ਼ ਨਹੀਂ, ਉਹਨਾਂ ਦੇ ਫਰਕ ਨਹੀਂ। ਜੇ ਫਰਕ ਪਾਣਗੇ ਤਾਂ ਉਹ ਸੱਤਾ ਤੋਂ, ਕੁਰਸੀ ਤੋਂ ਲਾਂਭੇ ਹੋ ਜਾਣਗੇ, ਤੇ ਲਾਂਭੇ ਕੌਣ ਹੋਣਾ ਚਾਹੁੰਦਾ ਹੈ?
ਲਾਂਭੇ ਨੂੰ ਇਤਿਹਾਸ ਵੀ ਰਿਹਾ ਨਾ ਤਾਂ ਭਾਰਤ ਦੇਸ਼ ਦਾ, ਜਦੋਂ ਵੀ ਕਿਸੇ ਬਾਹਰਲੇ ਹਮਲਾਵਰ ਨੇ ਆ ਕੇ ਕਾਬਜ ਹੋਇਆ ਭਾਰਤ ਦੇ ਉੱਤੇ, ਰਿਆਸਤਾਂ ਦੇ ਮੁਖੀ ਤਾਂ ਉਹਨੇ ਆਪਣੇ ਲਾਏ ਨੇ ਨਾ, ਰੂਪ ਭਾਵੇਂ ਕੋਈ ਵੀ ਲਾਉਣ ਦਾ ਸੇਮ ਚੀਜ਼ ਆ, ਬਸ ਉਹੀ ਚੀਜ਼ ਸੇਮ ਹੈ। ਮਹਾਰਾਸ਼ਟਰ 'ਚ ਦੇਖ ਲਓ ਕੀ ਹੋ ਰਿਹਾ। ਮਹਾਰਾਸ਼ਟਰ ਇੱਕ ਉਦਾਹਰਨ ਹੈ, ਸਿੰਪਲ ਜੀ ਗੱਲ ਹੈ, ਕਿਉਂਕਿ ਜਿਹਦੇ ਕੋਲ ਦੇਸ਼ ਦੀ ਸੁਪਰੀਮ ਪਾਵਰ ਹੈ, ਚਾਹੇ ਉਹ ਰਾਸ਼ਟਰਪਤੀ ਹੋਵੇ, ਦੇਸ਼ ਦਾ PM ਹੋਵੇ, ਜਦੋਂ ਉਹਦੇ ਕੋਲੇ ਪਾਵਰ ਹੈ ਫਿਰ ਸਾਰਾ ਕੁਝ ਉਹਦੇ ਅੰਡਰ ਹੀ ਹੋਊਗਾ ਨਾ ਜੀ। ਨਹੀਂ, ਪਾਵਰ ਤਾਂ ਚਲੋ ਰਾਸ਼ਟਰਪਤੀ ਕੋਲ ਹੋਊਗੀ ਹੁਣ, ਪਰ ਗੱਲ ਤਾਂ ਇੱਥੇ ਕੋਈ ਪ੍ਰਧਾਨ ਮੰਤਰੀ ਆ ਜਾਵੇ ਨਾ, ਗੱਲ ਤਾਂ ਪ੍ਰਧਾਨ ਮੰਤਰੀ 'ਚੋਂ ਉਹ ਕਮਾਉਂਦੇ ਆ, ਮੁੱਖ ਪਾਵਰ ਸੁਪਰੀਮ ਪਾਵਰ ਤਾਂ ਉਹ ਬਣ ਕੇ ਬੈਠਦਾ ਨਾ। ਪ੍ਰਧਾਨ ਮੰਤਰੀ ਦੀ ਕੁਰਸੀ ਤੇ ਜੋ ਬੰਦਾ ਬੈਠਾ ਹੈ, ਕਿਸੇ ਪਾਰਟੀ ਦਾ ਬੈਠਾ ਹੈ, ਗੱਲ ਤਾਂ ਉੱਥੋਂ ਚੱਲਦਾ ਨਾ। ਹੁਣ ਚਲੋ ਆਪਾਂ ਇਹ ਤਾਂ ਚਲੋ ਫੇਰ ਵੀ ਮੈਂ ਫੇਰ ਵੀ ਕਿਤੇ ਸੰਵਿਧਾਨਕ ਅਹੁਦੇ ਦੀ ਗੱਲ ਕਰਤੀ, ਲੇਕਿਨ ਪਹਿਲਾਂ ਤਾਂ ਲੋਕ ਇਹ ਵੀ ਕਹਿੰਦੇ ਰਹੇ ਜਦੋਂ ਡਾਕਟਰ ਮਨਮੋਹਨ ਸਿੰਘ ਸੀ PM, ਉਦੋਂ ਗੱਲ ਹੋਰ ਹੀ ਚੱਲਦੀ ਸੀ ਕਿ ਡਾਕਟਰ PM ਤਾਂ ਡਾਕਟਰ ਸਾਹਿਬ ਨੇ, ਤੇ ਲੇਕਿਨ ਜਿਹੜੀ ਸਰਦਾਰੀ ਚੱਲਦੀ ਆ ਉਹ ਸੋਨੀਆ ਗਾਂਧੀ ਦੀ ਹੈ, ਕਹਿੰਦੇ ਰਹੇ ਆ। ਤੇ ਮੈਂ ਫੇਰ ਉਹੀ ਗੱਲ ਕਰਦਾ ਕਿ ਜਦੋਂ ਤੱਕ ਦਿੱਲੀ ਦੇ ਵਿੱਚ ਜਦੋਂ ਤੱਕ ਕੋਈ ਸੁਹਿਰਦ ਬੰਦਾ ਜਿਹੜਾ ਸਾਰੀਆਂ ਸਟੇਟਸ ਨੂੰ ਬਰਾਬਰ ਲੈ ਕੇ ਨਹੀਂ ਚੱਲਦਾ, ਜਦੋਂ ਚਾਹੂਗਾ ਕਿ ਸਾਰੀਆਂ ਸਟੇਟਸ ਨੇ ਜਿਹੜੀਆਂ ਸਾਰੇ ਸੂਬੇ ਨੇ ਪ੍ਰਫੁੱਲਤ ਹੋਣ, ਦੇਸ਼ ਪ੍ਰਫੁੱਲਤ ਹੋਏਗਾ। ਲੇਕਿਨ ਜਦੋਂ ਉਹ ਚਾਹੂਗਾ ਕਿ ਮੈਂ ਸਟੇਟਸ ਤੋਂ ਕੀ ਲੈਣਾ, ਮੈਨੂੰ ਤਾਂ ਲੋਕ ਸਭਾ ਦੇ ਵਿੱਚ ਸੀਟਾਂ ਚਾਹੀਦੀਆਂ ਨੇ, ਉਹ ਜਿਵੇਂ ਮਰਜ਼ੀ ਮਿਲਣ, ਮੈਂ ਸੀਟ ਤੇ ਹੋਣਾ ਚਾਹੂੰਗਾ, ਤਾਂ ਸਟੇਟ ਦੇ ਵਿੱਚ ਕਿਸੇ ਦੀ ਸਰਕਾਰ ਆ ਜੇ, ਕੋਈ ਜਿੱਤੇ ਕੋਈ ਹਾਰੇ, ਉਹਨੇ ਕੁਝ ਨਹੀਂ ਲੈਣਾ ਜੀ। ਬਿਲਕੁਲ, ਉਹ ਕਹੇਗਾ ਮੈਂ ਸੈਂਟਰ ਦੇ ਵਿੱਚ ਮੈਂ ਮੁੱਖ ਪਾਵਰ, ਸੁਪਰੀਮ ਪਾਵਰ ਬਣ ਕੇ ਮੈਂ ਬੈਠਾ, ਤਾਂ ਮੈਂ ਕੀ ਕਰਨਾ ਉਹਦੇ ਲਈ। ਉਹ ਫਿਰ ਉੱਦਾਂ ਕਰੇਗਾ, ਫਿਰ ਉੱਦਾਂ ਦੇਸ਼ ਨੂੰ ਚਲਾਵੇਗਾ, ਉੱਦਾਂ ਨੀਤੀਆਂ ਬਣਾਊਗਾ, ਉੱਦਾਂ ਦੇ ਲੋਕਾਂ ਨਾਲ ਸੰਬੰਧ ਰੱਖੂਗਾ, ਉੱਦਾਂ ਦੇ ਨੀਤੀਆਂ ਘਾੜਿਆਂ ਨੂੰ ਕੋਲ ਰੱਖੂਗਾ, ਜਿਹੜੇ ਲੋਕ ਉਹਨੂੰ ਸੱਤਾ ਤੇ ਬਿਠਾਉਂਦੇ ਨੇ ਉਹਨਾਂ ਨੂੰ ਪ੍ਰਫੁੱਲਤ ਕਰਨਗੀਆਂ, ਉਹਨਾਂ ਲਈ ਫਾਇਦੇਮੰਦ ਹੋਣਗੀਆਂ। ਫਿਰ ਉੱਦਾਂ ਦੀ ਨੀਤੀਆਂ ਬਣ ਕੇ ਆ ਵੀ ਰਹੀਆਂ ਨੇ, ਪਹਿਲਾਂ ਵੀ ਆਈਆਂ ਨੇ, ਅੱਗੇ ਬਣਦੀਆਂ ਵੀ ਰਹਿਣਗੀਆਂ ਜੀ। ਬਿਲਕੁਲ ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰ ਚਰਚਾ ਕਰਨ ਦੇ ਲਈ, ਤੁਹਾਡਾ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ।